ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਨ੍ਹਾਂ ਨੇ ਕਿ ਈਡੀ ਦੇ ਸਾਹਮਣੇ ਪੇਸ਼ ਹੋਏ ਨੇ ਪੁੱਛਗਿੱਛ ਉਹਨਾਂ ਤੋਂ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਹਨਾਂ ਦੀ ਇੱਕ ਸਾਲੀ ਦਾ ਬੇਟਾ ਹਨੀ ਉਹ ਖਾਸਾ ਸਰਗਰਮ ਹੋ ਗਿਆ। ਲੋਕਾਂ ਦੇ ਵਿੱਚ ਚਰਚਾ ਸੀ ਹਨੀ ਦੇ ਘਰੇ ਕਿਹੜੀ ਹੱਥਨੀ ਸੂਈ ਹੈ ਜਿਹਨੇ ਐਡੇ ਵੱਡੇ ਨੋਟਾਂ ਦੇ ਬੰਡਲਾਂ ਦੇ ਢੇਰ ਲਾਤੇ। ਹਨੀ ਨੂੰ ਈਡੀ ਨੇ ਚੁੱਕ ਲਿਆ, ਪੁੱਛਗਿੱਛ ਕੀਤੀ, ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਆ ਈਡੀ ਤੇ ਕਿ ਉਹਨਾਂ ਨੇ ਜੀ ਬੋਰੀ 'ਚ ਬੰਦ ਭਰ ਕੇ ਕੁੱਟਿਆ, ਫਲਾਨਾ ਕੀਤਾ, ਟਿਮਕਾ ਕੀਤਾ। ਚਲੋ ਜੇ ਵੱਡੇ ਦੋਸ਼ ਲੱਗਦੇ ਆ ਤਾਂ ਉਹਨੂੰ ਮਨਾਉਣ ਵਾਸਤੇ ਪੁਲਿਸ ਵਾਲੇ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਆ। ਉੱਥੋਂ ਗੱਲ ਤੁਰਦੀ ਇਹ ਗਾਹਾਂ ਚਰਨਜੀਤ ਸਿੰਘ ਚੰਨੀ ਹੋਰਾਂ ਵੱਲ ਤੁਰ ਗਈ ਤੇ ਹੁਣ ਜਦੋਂ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਬਣ ਗਏ ਨੇ ਤੇ ਫਿਰ ਈਡੀ ਵਾਲਿਆਂ ਨੇ ਉਹਨਾਂ ਨੂੰ ਵੀ ਬੁਲਾ ਲਿਆ। ਮੈਂ ਅਕਸਰ ਕਹਿਣਾ ਹੁੰਦਾ ਕਿ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੜਦਾ ਹੈ। ਹਨੀ ਸਾਹਿਬ ਦੀ ਕੀ ਜ਼ਰੂਰਤ ਸੀ ਜਿਹੜੀ ਚਮਕੌਰ ਸਾਹਿਬ ਖੇਤਰ ਦੇ ਵਿੱਚ ਖਨਨ ਹੁੰਦੀ ਸੀ, ਮਾਈਨਿੰਗ ਹੁੰਦੀ ਸੀ, ਉਹਦੇ ਪਿੱਛੇ ਕਹਿੰਦੇ ਚੰਨੀ ਸਾਹਿਬ ਦਾ ਹੱਥ ਸੀ। ਇਹ ਆਮ ਲੋਕਾਂ ਕੋਲੇ ਪੈਸੇ ਇੰਨੇ ਕਿਉਂ ਨਹੀਂ ਆ ਜਾਂਦੇ? ਤਾਂ ਈਡੀ ਨੇ ਉਹਨਾਂ ਨੂੰ ਬੁਲਾਇਆ, ਕਈ ਘੰਟੇ ਪੁੱਛਗਿੱਛ ਕੀਤੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸੋਮਵਾਰ ਵਾਲੇ ਦਿਨ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ, ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ ਔਰ ਉਹਨਾਂ ਦਾ ਮਾਮਲਾ ਅਦਾਲਤ ਦੇ ਵਿੱਚ ਭੇਜਿਆ ਜਾ ਸਕਦਾ ਹੈ। ਇਹ ਉਹਨਾਂ ਦੀ ਜਾਂਚ ਤੇ ਨਿਰਭਰ। ਪ੍ਰਾਈਵੇਟ ਕੰਪਨੀਆਂ ਦੇ ਵਿੱਚ ਸਾਡੇ ਕਿਸਾਨ ਆਪਣੀ ਫਸਲ ਨੂੰ ਵੇਚ ਰਹੇ ਨੇ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਡਾਨੀਆਂ ਦਾ ਸੈਲੋ ਹੈ, ਉੱਥੇ ਕਿਹਾ ਜਾ ਰਿਹਾ ਕਿ 1000 ਰੁਪਏ ਟਰਾਲੀ ਮਗਰ ਵੱਧ ਮਿਲ ਰਿਹਾ ਹੈ। ਇਹ ਵੀ ਕਹਿ ਰਹੇ ਨੇ ਕਿ ਉਹ FCI ਦਾ ਮਾਲ ਹੀ ਹੈ। FCI ਫਿਰ ਮੰਡੀਆਂ 'ਚੋਂ ਕਿਉਂ ਨਹੀਂ ਖਰੀਦਦੀ? ਸਰਕਾਰੀ ਤਰਕ ਆਉਂਦਾ ਹੈ ਕਿ ਬਾਅਦ ਦੇ ਵਿੱਚ ਵੀ ਤਾਂ ਇੱਥੇ ਭੇਜਣਾ ਸੀ ਜੀ, ਕਿਸਾਨ ਆਪ ਹੀ ਛੱਡ ਕੇ ਜਾਣ ਲੱਗ ਗਏ। ਅੱਜ ਉਹਨਾਂ ਕਿਸਾਨਾਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਨੇ। ਕਿਸਾਨ ਜਥੇਬੰਦੀਆਂ ਵੀ ਇਸ ਮਾਮਲੇ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਰੱਖਦੀਆਂ ਨੇ। ਪੈਸੇ ਵੀ ਆੜਤੀਆ ਦਿੰਦਾ ਹੈ, ਪੈਸੇ ਜਾਰੀ ਵੀ FCI ਕਰਦੀ ਹੈ। ਕਿਸਾਨ ਇਹਦੇ ਵਿੱਚ ਵੱਖਰੀ ਵੱਖਰੀ ਰਾਏ ਰੱਖਦੇ ਨੇ। ਉਹ ਮੰਡੀ ਇਸ ਕਰਕੇ ਉੱਥੇ ਕੋਈ ਕਣਕ ਨਹੀਂ ਚੁੱਕ ਰਿਹਾ ਸੀ ਕਿਉਂਕਿ ਉਹਦੇ ਨਾਲ ਜਿਹੜਾ ਸੈਲੋ ਹੈ ਉੱਥੇ ਸਹੂਲਤਾਂ ਵੀ ਵੱਧ ਮਿਲ ਰਹੀਆਂ ਨੇ ਜੀ ਤੇ ਲੋਕ ਧੜਾ ਧੜ ਆਪਣੀਆਂ ਫਸਲਾਂ ਲੈ ਕੇ ਉਸ ਪਾਸੇ ਵੱਲ ਜਾ ਰਹੇ ਨੇ। ਗੈਂਗਸਟਰਾਂ ਦਾ ਬੋਲਬਾਲਾ ਲਗਾਤਾਰ ਵਧਦਾ ਜਾ ਰਿਹਾ। ਆਏ ਦਿਨ ਦੇਖਿਆ ਜਾ ਰਿਹਾ ਵੱਡੀਆਂ ਵਾਰਦਾਤਾਂ ਵੀ ਹੋ ਰਹੀਆਂ ਨੇ। ਉਂਝ ਵੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮਾਹੌਲ ਦੀ ਤਾਂ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਵਧਦਾ ਜਾ ਰਿਹਾ। ਉੱਥੇ ਹੀ ਗੈਂਗਸਟਰਾਂ ਦੇ ਖਾਤਮੇ ਦੇ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਸਰਗਰਮੀ ਉਹਨਾਂ ਦੇ ਵੱਲੋਂ ਫੜ ਲਈ ਗਈ ਹੈ। ਭਾਈ ਇਹਨਾਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਫੜਨ ਵਾਸਤੇ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕਰਾਂਗੇ, ਜਿਹਦੀ ਅਗਵਾਈ ਪ੍ਰਮੋਦ ਬਾਨ ਸਾਹਿਬ ਕਰ ਰਹੇ ਨੇ। ਉਹਨਾਂ ਦੇ ਨਾਲ DIG ਗੁਰਪ੍ਰੀਤ ਸਿੰਘ ਭੁੱਲਰ ਤੇ AIG ਗੁਰਮੀਤ ਸਿੰਘ ਚੌਹਾਨ। ਮੈਨੂੰ ਇੱਕ ਸਮਝ ਨਹੀਂ ਆਈ, ਆ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਲਾਇਆ ਜਾਂਦਾ ਹੈਗਾ ਇਹਦੇ ਚ ਐਂਟੀ ਗੈਂਗਸਟਰ ਫੋਰਸ ਚ ਟਾਸਕ ਫੋਰਸ ਚ, ਫਿਰ ਉਹਨਾਂ ਨੂੰ DIG ਰੋਪੜ ਰੇਂਜ। ਕੱਲ ਫਿਰ ਬਦਲਤਾ, ਉਹ ਕਹਿੰਦੇ ਰਹਿਣਗੇ ਉਹ STF ਦੇ ਇਹਦੇ ਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ, ਪਰ ਉਹ ਵਧੀਕ ਚਾਰਜ ਹੋਵੇਗਾ ਉਹਨਾਂ ਕੋਲੇ। ਇਸ ਸਰਕਾਰ ਕਰ ਕੀ ਰਹੀ ਹੈ? ਸਤਿ ਸ਼੍ਰੀ ਅਕਾਲ, ਮੈਂ ਰੀਨਾ ਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫ਼ਤੇ ਭਰ ਦੀਆਂ ਉਹਨਾਂ ਖਬਰਾਂ ਤੇ ਗੱਲਬਾਤ ਕਰਦੇ ਹਾਂ ਕਿ ਖਾਸ ਕੀ ਰਿਹਾ ਪਿਛਲੇ ਹਫ਼ਤੇ ਦੇ ਵਿੱਚ, ਉਸ ਤੇ ਚਰਚਾ ਕਰਾਂਗੇ ਤੇ ਬਹੁਤ ਵੱਡੀਆਂ ਖਬਰਾਂ ਪਿਛਲੇ ਹਫ਼ਤੇ ਦੇ ਵਿੱਚ ਰਹੀਆਂ ਨੇ ਜਿਨ੍ਹਾਂ ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਇਹਨਾਂ ਸਾਰੇ ਖਬਰਾਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਹਰ ਵਾਰ ਦੀ ਤਰ੍ਹਾਂ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਜੀ, ਗੱਲਬਾਤ ਕੀਤੀ ਜਾਵੇ ਪਿਛਲੇ ਹਫ਼ਤੇ ਦੀ ਤਾਂ ਪਿਛਲਾ ਹਫ਼ਤਾ ਵੀ ਕਾਫੀ ਸਰਗਰਮ ਰਿਹਾ। ਬਹੁਤ ਵੱਡੀਆਂ ਖਬਰਾਂ ਪਿਛਲੇ ਹਫ਼ਤੇ ਦੇ ਵਿੱਚ ਰਹੀਆਂ ਜਿੱਤੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਨ੍ਹਾਂ ਨੇ ਕਿ ਈਡੀ ਦੇ ਸਾਹਮਣੇ ਪੇਸ਼ ਹੋਏ ਨੇ ਪੁੱਛਗਿੱਛ ਉਹਨਾਂ ਤੋਂ ਕੀਤੀ ਗਈ ਹੈ। ਦੇਖੋ, ਜਦੋਂ ਚਰਨਜੀਤ ਸਿੰਘ ਚੰਨੀ 111 ਦਿਨਾਂ ਵਾਸਤੇ ਮੁੱਖ ਮੰਤਰੀ ਬਣਦੇ ਆ ਜੀ, ਕਹਿੰਦੇ ਜਦੋਂ ਪਾਵਰ ਆ ਜੇ ਵੀ ਤਾਂ ਘਰ ਦੇ ਜਿਹੜੇ ਬਾਕੀ ਜੀ ਨੇ ਉਹ ਵੀ ਪਰ ਤੋਲਣ ਲੱਗ ਜਾਂਦੇ ਨੇ। ਬਹੁਤ ਘੱਟ ਲੋਕ ਹੈ ਜਿਨ੍ਹਾਂ ਦੇ ਬੱਚੇ ਸਿਆਸਤ ਦੇ ਵਿੱਚ ਸ਼ਾਮਲ ਨਹੀਂ ਹੁੰਦੇ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਹਨਾਂ ਦੀ ਇੱਕ ਸਾਲੀ ਦਾ ਬੇਟਾ ਹਨੀ, ਭੁਪਿੰਦਰ ਸਿੰਘ ਹਨੀ, ਉਹ ਖਾਸਾ ਸਰਗਰਮ ਹੋ ਗਿਆ ਤੇ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ। ਗਹਾਰਿਆਂ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਆ, ਕਿਸ ਤਰ੍ਹਾਂ ਦਾ ਪਿੰਡ ਦਾ ਵਿਵਹਾਰ ਹੋਵੇਗਾ। ਇਹਨੇ ਹਨੀ ਨੇ ਮਹਿੰਗੀਆਂ ਘੜੀਆਂ ਤੇ ਹੋਰ ਕਾਫੀ ਕੁਝ ਜਿਹਦੀ ਹਵਾ ਨਿਕਲਣ ਲੱਗ ਗਈ ਸੀ ਕਿ ਕੁਝ ਹੋ ਰਿਹਾ। ਈਡੀ ਨੂੰ ਖੁਫੀਆ ਤੰਤਰ ਰਾਹੀਂ ਪਤਾ ਲੱਗਿਆ, ਉਹਨਾਂ ਨੇ ਇਹਨੂੰ ਚੱਕ ਲਿਆਂਦਾ। 10 ਕਰੋੜ ਤੋਂ ਵੱਧ ਦੀ ਨਕਦੀ ਪ੍ਰਾਪਤ ਹੋਈ
ਲੋਕਾਂ ਦੇ ਵਿੱਚ ਚਰਚਾ ਸੀ ਕਿ ਇਸ ਹਣੀ ਦੇ ਘਰੇ ਕਿਹੜੀ ਹੱਥਨੀ ਸੂਈ ਹੈ ਜਿਹਨੇ ਐਡੇ ਵੱਡੇ ਨੋਟਾਂ ਦੇ ਬੰਡਲਾਂ ਦੇ ਢੇਰ ਲਾਤੇ। ਲਗਾਤਾਰ ਇਹ ਗੱਲ ਚੱਲਦੀ ਰਹੀ ਤੇ ਹਣੀ ਨੂੰ ਈਡੀ ਨੇ ਚੁੱਕ ਲਿਆ, ਪੁੱਛਗਿੱਛ ਕੀਤੀ। ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਆ ਈਡੀ ਤੇ ਕਿ ਉਹਨਾਂ ਨੇ ਜੀ ਬੋਰੀ 'ਚ ਬੰਦ ਭਰ ਕੇ ਕੁੱਟਿਆ, ਫਲਾਨਾ ਕੀਤਾ, ਟਮਕਾ ਕੀਤਾ। ਚਲੋ ਜੇ ਵੱਡੇ ਦੋਸ਼ ਲੱਗਦੇ ਆ ਤਾਂ ਉਹਨੂੰ ਮਨਾਉਣ ਵਾਸਤੇ ਪੁਲਿਸ ਵਾਲੇ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਆ। ਉੱਥੋਂ ਗੱਲ ਤੁਰਦੀ ਇਹ ਗਾਹਾਂ ਚਰਨਜੀਤ ਸਿੰਘ ਚੰਨੀ ਹੋਰਾਂ ਵੱਲ ਤੁਰ ਗਈ ਤੇ ਹੁਣ ਜਦੋਂ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਬਣ ਗਏ ਨੇ ਤੇ ਫਿਰ ਈਡੀ ਵਾਲਿਆਂ ਨੇ ਉਹਨਾਂ ਨੂੰ ਵੀ ਬੁਲਾ ਲਿਆ ਵੀ ਆ ਜਾਓ, ਤੁਹਾਡੀ ਸਾਲੀ ਸਾਹਿਬਾਂ ਦਾ ਮੁੰਡਾ ਕਈ ਤਰ੍ਹਾਂ ਦੇ ਖੁਲਾਸੇ ਕਰ ਗਿਆ। ਮੈਂ ਅਕਸਰ ਕਹਿਣਾ ਹੁੰਦਾ ਕਿ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੜਦਾ ਹੈ। ਨਹੀਂ, ਹਣੀ ਸਾਹਿਬ ਦੀ ਕੀ ਜ਼ਰੂਰਤ ਸੀ? ਜਿਹੜੀ ਚਮਕੌਰ ਸਾਹਿਬ ਖੇਤਰ ਦੇ ਵਿੱਚ ਖਨਨ ਹੁੰਦੀ ਸੀ, ਮਾਈਨਿੰਗ ਹੁੰਦੀ ਸੀ, ਉਹਦੇ ਪਿੱਛੇ ਕਹਿੰਦੇ ਚੰਨੀ ਸਾਹਿਬ ਦਾ ਹੱਥ ਸੀ। ਇਹ ਆਮ ਲੋਕਾਂ ਕੋਲੇ ਪੈਸੇ ਇੰਨੇ ਕਿਉਂ ਨਹੀਂ ਆ ਜਾਂਦੇ? ਤਾਂ ਈਡੀ ਨੇ ਉਹਨਾਂ ਨੂੰ ਬੁਲਾਇਆ, ਕਈ ਘੰਟੇ ਪੁੱਛਗਿੱਛ ਕੀਤੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸੋਮਵਾਰ ਵਾਲੇ ਦਿਨ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ। ਜੇ ਈਡੀ ਦੀ ਤਸੱਲੀ ਨਹੀਂ ਹੋਈ ਹੋਵੇਗੀ ਤਾਂ ਜ਼ਰੂਰ ਉਹ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਬੁਲਾਉਣਗੇ ਔਰ ਹੋ ਸਕਦਾ ਹੈ ਸਪਲੀਮੈਂਟਰੀ ਦੋਸ਼ ਪੱਤਰ ਦੇ ਵਿੱਚ ਨਾ ਸ਼ਾਮਲ ਕਰਕੇ ਜੇ ਲਿੰਕ ਜੁੜ ਗਿਆ ਤਾਂ ਉਹ ਉਹਨਾਂ ਨੂੰ ਵੀ ਸਮਨ ਕਰ ਸਕਦੇ ਆ ਤੇ ਉਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ ਔਰ ਉਹਨਾਂ ਦਾ ਮਾਮਲਾ ਅਦਾਲਤ ਦੇ ਵਿੱਚ ਭੇਜਿਆ ਜਾ ਸਕਦਾ ਹੈ। ਇਹ ਉਹਨਾਂ ਦੀ ਜਾਂਚ ਤੇ ਨਿਰਭਰ ਕਰੇਗਾ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਦੇਖਿਆ ਜਾ ਰਿਹਾ ਕਿ ਮੰਡੀਆਂ ਦੇ ਵਿੱਚ ਹੁਣ ਉਹਨਾਂ ਦੀ ਫਸਲ ਪੱਕ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਕਣਕ ਆਉਣੀ ਸ਼ੁਰੂ ਹੋ ਗਿਆ। ਪਰ ਕੁਝ ਅਜਿਹੀਆਂ ਤਸਵੀਰਾਂ ਵੀ ਅਸੀਂ ਦੇਖਿਆ, ਇੱਕ ਮੋਗਾ ਦੀ ਅਜਿਹੀ ਅਨਾਜ ਮੰਡੀ ਸੀ ਜਿੱਥੇ ਕਿ ਉਹ ਮੰਡੀ ਜਿਹੜੀ ਬੰਦ ਪਈ ਸੀ, ਕੋਈ ਵੀ ਉੱਥੇ ਆਪਣੀ ਫਸਲ ਲੈ ਕੇ ਆਉਣ ਨੂੰ ਤਿਆਰ ਨਹੀਂ ਸੀ, ਕਿਉਂਕਿ ਦੇਖਿਆ ਜਾ ਰਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਸਾਡੇ ਕਿਸਾਨ ਆਪਣੀ ਫਸਲ ਨੂੰ ਵੇਚ ਰਹੇ ਨੇ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਅਡਾਨੀਆਂ ਦਾ ਸੈਲੋ ਹੈ ਜੀ, ਜਿਹਦਾ ਵਿਰੋਧ ਕੀਤਾ ਗਿਆ ਸੀ। ਕਿਸੇ ਵੇਲੇ ਇੱਕ ਬੰਦੇ ਨੇ ਰੇਲ ਗੱਡੀ ਰੋਕਤੀ ਸੀ ਉੱਥੇ, ਜਿਵੇਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਵਾਰੀ ਖਬਰ ਛਪੀ ਸੀ, ਸਿੱਧੀ ਸੜਕ ਮਰੱਬਿਆਂ ਨੂੰ ਜਾਵੇ। ਉਹ ਮਰੱਬੇ ਕਿਹਦੇ ਸੀ? ਉਹ ਤੁਹਾਡੇ ਮੇਰੇ ਨਹੀਂ ਸੀ, ਉਹ ਵੱਡੇ ਵੱਡੇ ਮੰਤਰੀਆਂ ਦੇ, ਸੰਤਰੀਆਂ ਦੇ, ਅਧਿਕਾਰੀਆਂ ਦੇ ਤੇ ਉਦੋਂ ਵੱਡਿਆਂ ਦੇ, ਉਹਨਾਂ ਦੇ ਸੀ। ਹੁਣ ਮੋਗਾ ਸਟੇਸ਼ਨ ਤੋਂ ਇੱਕ ਰੇਲ ਲਾਈਨ ਸਿੱਧੀ ਇਹ ਸੈਲੋ ਦੇ ਵਿੱਚ ਜਾਂਦੀ ਹੈ। ਇਹ ਜਿਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਸਥਾਪਿਤ ਕਰਾਏ ਆ, ਜੋ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ, ਬੋਲਦੇ ਹੀ ਨਹੀਂ ਕਿ ਅਸੀਂ ਇਹਦੀ ਐਨਓਸੀ ਦਿੱਤੀ ਸੀ ਤੇ ਅਸੀਂ ਉਦਘਾਟਨ ਕਰਨ ਵੇਲੇ ਵੀ ਉੱਥੇ ਸ਼ਾਮਲ ਸੀ। ਲੋਕਾਂ ਦੇ ਵਿੱਚ ਚਰਚਾ ਹੈ ਕਿ ਉਹਨਾਂ ਦੀ ਹਿੱਸੇਦਾਰੀ ਵੀ ਹੋ ਸਕਦੀ ਹੈ। ਚਲੋ, ਉੱਥੇ ਕਿਹਾ ਜਾ ਰਿਹਾ ਕਿ 1000 ਰੁਪਏ ਟਰਾਲੀ ਮਗਰ ਵੱਧ ਮਿਲ ਰਿਹਾ ਹੈ। ਇਹ ਵੀ ਕਹਿ ਰਹੇ ਨੇ ਕਿ ਉਹ ਐਫਸੀਆਈ ਦਾ ਮਾਲ ਹੀ ਹੈ। ਐਫਸੀਆਈ ਫਿਰ ਮੰਡੀਆਂ 'ਚੋਂ ਕਿਉਂ ਨਹੀਂ ਖਰੀਦਦੀ? ਸਰਕਾਰੀ ਤਰਕ ਆਉਂਦਾ ਹੈ ਕਿ ਬਾਅਦ ਦੇ ਵਿੱਚ ਵੀ ਤਾਂ ਇੱਥੇ ਭੇਜਣਾ ਸੀ ਜੀ, ਕਿਸਾਨ ਆਪ ਹੀ ਛੱਡ ਕੇ ਜਾਣ ਲੱਗ ਗਏ ਆ। ਅੱਜ ਉਹਨਾਂ ਕਿਸਾਨਾਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਨੇ। ਕਿਸਾਨ ਜਥੇਬੰਦੀਆਂ ਵੀ ਇਸ ਮਾਮਲੇ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਰੱਖਦੀਆਂ ਨੇ। ਪੈਸੇ ਵੀ ਆੜਤੀਆ ਦਿੰਦਾ ਹੈ, ਪੈਸੇ ਜਾਰੀ ਵੀ ਐਫਸੀਆਈ ਕਰਦੀ ਹੈ, ਪਰ ਕਿਸਾਨ ਇਹਦੇ ਵਿੱਚ ਵੱਖਰੀ ਵੱਖਰੀ ਰਾਏ ਰੱਖਦੇ ਨੇ। ਉਹ ਮੰਡੀ ਇਸ ਕਰਕੇ ਉੱਥੇ ਕੋਈ ਕਣਕ ਨਹੀਂ ਚੁੱਕ ਰਿਹਾ ਸੀ ਕਿਉਂਕਿ ਉਹਦੇ ਨਾਲ ਜਿਹੜਾ ਸੈਲੋ ਹੈ ਉੱਥੇ ਸਹੂਲਤਾਂ ਵੀ ਵੱਧ ਮਿਲ ਰਹੀਆਂ ਨੇ ਜੀ ਤੇ ਲੋਕ ਧੜਾ ਧੜ ਆਪਣੀਆਂ ਫਸਲਾਂ ਲੈ ਕੇ ਉਸ ਪਾਸੇ ਵੱਲ ਜਾ ਰਹੇ ਨੇ। ਇਹ ਜਿਹੜੇ ਕਿਸਾਨ ਹੁਣ ਇਹ ਕਹਿੰਦੇ ਨੇ ਕਿ ਸੈਲੋ ਤਾਂ ਬਾਹਲਾ ਵਧੀਆ ਹੈ। ਉਹ ਕਿਸੇ ਦਿਨ ਜਾ ਕੇ 5-4 ਬੰਦੇ ਆ ਪੰਚਕਲੇ ਦਾ ਅਗਲੇ ਪਾਸੇ ਪੰਜੌਰ ਹੈ, ਉਦੋਂ ਅਗਲੇ ਪਾਸੇ
ਜੇ ਅਸੀਂ ਜਾਈਏ ਤਾਂ ਹਿਮਾਚਲ ਪ੍ਰਦੇਸ਼ ਦੀ ਫਲ ਮੰਡੀ ਉਸ ਤੋਂ ਅਗਲੇ ਪਾਸੇ ਥੋੜਾ ਜਿਹਾ ਪਰਵਾਣੂ ਦੇ ਕੋਲ ਜਿਹੜਾ ਬਾਈਪਾਸ ਨਿਕਲਿਆ ਪੰਜੌਰ ਤੋਂ ਬਾਹਰਲੇ ਪਾਸੇ ਨੂੰ, ਉਹਦੇ ਉੱਤੇ ਹੀ ਇਹ ਫਲ ਵਿਕਰੇਤਾ ਉੱਥੇ ਬਹਿੰਦੇ ਨੇ। ਕਦੇ ਜਾ ਕੇ ਪੁੱਛਿਓ ਕਿ ਉਹਨਾਂ ਦਾ ਹਾਲ ਕੀ ਹੈ। ਸ਼ੁਰੂਆਤੀ ਦੌਰ ਦੇ ਵਿੱਚ ਜੇ ਮਾਰਕੀਟ ਦੇ ਵਿੱਚ 50 ਰੁਪਏ ਕਿਲੋ ਸੇਬ ਵਿਕਦਾ ਸੀ ਤਾਂ ਉਹਨੂੰ 60 ਜਾਂ 65 ਇਸ ਤੋਂ ਵੱਧ ਵੀ ਦਿੱਤਾ ਗਿਆ। ਭੰਡਾਰ ਕਰ ਲਿਆ। ਜਦੋਂ ਮਾਰਕੀਟ ਦੇ ਵਿੱਚ ਸ਼ਾਰਟੇਜ ਪਈ ਤਾਂ ਵੱਡੇ ਘਰਾਣਿਆਂ ਨੇ ਲਿਆ ਕੇ ਜਿਹੜਾ 65 ਰੁਪਏ ਨੂੰ ਖਰੀਦਿਆ ਸੀ ਉਹ 100 ਰੁਪਏ ਨੂੰ ਵੇਚਣਾ ਸ਼ੁਰੂ ਕਰਤਾ। 2-4 ਮਹੀਨੇ ਠੰਡੇ ਕਮਰੇ 'ਚ ਰੱਖ ਕੇ ਥੋੜਾ ਜਿਹਾ ਖਰਚ ਕਰਕੇ ਇਹ ਕੰਮ ਸ਼ੁਰੂ ਕਰਤਾ। ਅੱਜ ਵੱਡੇ ਧਨਾੜ ਜਿਹੜੇ ਇੱਕ ਇੱਕ ਕਰਕੇ ਸਾਡੇ ਜਨਤਕ ਖੇਤਰਾਂ ਦੇ ਉੱਤੇ ਕਾਬਜ਼ ਹੁੰਦੇ ਜਾ ਰਹੇ ਨੇ ਔਰ ਸਰਕਾਰ ਤੇ ਵੀ ਕਾਬਜ਼ ਨੇ। ਉਹਨਾਂ ਦਾ ਆਮਦਨ ਕਰ ਆਮ ਲੋਕਾਂ ਨਾਲੋਂ ਘੱਟ ਲਿਆ ਜਾ ਰਿਹਾ ਹੈ। ਸ਼ਾਇਦ 25% ਹੈ, ਆਮ ਲੋਕਾਂ ਤੋਂ 30% ਆਮਦਨ ਕਰ ਤੇ 3% ਸਰਚਾਰਜ, 33% ਵਸੂਲਦੇ ਹੈ ਜੀ। ਇਹ ਵੱਡੇ ਘਰਾਣਿਆਂ ਨੂੰ ਇਹ ਘੱਟ ਉੱਥੇ ਵੀ ਨਹੀਂ। ਆ ਜਿਨ੍ਹਾਂ ਦੀਆਂ ਠੰਡੀਆਂ ਬੱਸਾਂ ਪੰਜਾਬ ਦੀਆਂ ਸੜਕਾਂ ਤੇ ਦੌੜਦੀਆਂ ਨੇ, ਇਹਨਾਂ ਨੇ ਆਮ ਬੱਸਾਂ ਦਾ ਟੈਕਸ ਵਧਾਤਾ, ਉਹਨਾਂ ਦਾ ਘਟਾਤਾ। ਉਹਨਾਂ ਦਾ ਕਿਰਾਇਆ ਆਮ ਬੱਸਾਂ ਦੇ ਨਾਲੋਂ ਦੁੱਗਣਾ ਹੈ। ਜਿਹੜਾ ਬੰਦਾ ਦੇ ਸਕਦਾ ਜ਼ਰੂਰ ਲਵੇ ਜੇ ਉਹਨੇ ਸਹੂਲਤ ਮੰਨਣੀ ਹੈ। ਤੇ ਆਮ ਬੱਸਾਂ ਪੀਪੇ ਵਾਂਗ ਖੜਕਦੀਆਂ ਜਾਂਦੀਆਂ ਨੇ, ਉਹਨਾਂ ਦਾ ਟੈਕਸ ਵੀ ਘੱਟ, ਕਿਰਾਇਆ ਦੁੱਗਣਾ। ਇਹੀ ਚੀਜ਼ ਇਹ ਵਾਪਰ ਰਹੀ ਹੈ। ਸੋ ਕਿਸਾਨ ਵੀਰੋ ਸੁਚੇਤ ਰਹੋ। ਇਹ ਨਾ ਹੋਵੇ 2-3 ਸਾਲ ਤੁਹਾਨੂੰ 1000 ਰੁਪਇਆ ਟਰਾਲੀ ਵੱਧ ਦੇ ਕੇ ਮੰਡੀਆਂ ਦਾ ਬਹਿ ਜੇ ਪੱਠਾ, ਆੜਤੀਆ ਉੱਥੇ ਕੋਈ ਰਹੇ ਨਾ, ਕੰਮ ਛੱਡ ਜੇ, ਤੇ ਫਿਰ ਜਦੋਂ ਉਦੋਂ ਵੇਚਣ ਜਾਓਗੇ ਉਦੋਂ ਮੜਕ ਨਾਲ ਤੇ ਮਰਜ਼ੀ ਨਾਲ ਵਸੂਲਣਗੇ। ਬਿਲਕੁਲ ਜੀ। ਸੋ ਇਸ ਕਰਕੇ ਕੁਝ ਸੋਚੋ। ਕਾਹਦੇ ਵਾਸਤੇ ਬੈਠੇ ਰਹੇ ਦਿੱਲੀ ਦੀਆਂ ਹੱਦਾਂ ਤੇ? ਦੁਬਾਰਾ ਆਵਾਜ਼ ਦੇ ਰਹੇ ਨੇ ਰਾਕੇਸ਼ ਟਕੈਤ ਸਾਹਿਬ ਕਿ ਆ ਜਾਓ, ਇੱਕ ਵਾਰ ਫੇਰ ਦਿੱਲੀ ਦੇ ਬਾਰਡਰਾਂ ਤੇ ਬੈਠਣਾ ਪਵੇਗਾ। ਤਾਂ ਦੋਸ਼ ਕਿਹਨੂੰ ਦਈਏ? ਕੇਂਦਰ ਦੀ ਸਰਕਾਰ ਨੂੰ ਜਾਂ ਜਿਹੜੇ ਆ ਸਾਡੇ ਆਗੂ ਉੱਥੇ ਗਏ ਸੀ? ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਪ੍ਰਾਪਤ ਹੋ ਗਈ, ਚੋਣਾਂ ਲੜਨ ਲੱਗ ਪਏ, ਅੱਧ ਵਿਚਾਲੇ ਛੱਡ ਕੇ ਮੁੜੇ ਆਏ। ਨਰਿੰਦਰ ਤੋਮਰ ਕਿੱਦਾਂ ਦਾ ਕਹੀ ਜਾਂਦਾ ਕਿ ਸਾਨੂੰ ਇਹ ਬੰਦੇ ਨਹੀਂ ਦਿੰਦੇ ਮੈਂਬਰ, ਤੇ ਉਹਦੇ ਜਵਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਤੁਹਾਨੂੰ ਇੱਕ ਪੱਤਰ ਲਿਖਿਆ ਸੀ ਜਿਹਦੇ ਵਿੱਚ ਪੁੱਛਿਆ ਸੀ ਕਿ ਇਹਦੇ ਕਿੰਨੇ ਮੈਂਬਰ ਹੋਣਗੇ, ਕਿਹੜੀ ਕਿਸਾਨ ਜਥੇਬੰਦੀ ਨਾਲ ਸੰਬੰਧਿਤ ਨੇ। ਜਿਹੜੀ ਅਖੌਤੀ ਜਥੇਬੰਦੀਆਂ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿਹਾ ਕਾਨੂੰਨ ਵਧੀਆ ਨੇ ਔਰ ਉਹਨਾਂ ਦਾ ਕਿਤੇ ਕੋਈ ਦਫ਼ਤਰ ਨਹੀਂ, ਕਿਤੇ ਕਿਸਾਨ ਜਥੇਬੰਦੀ ਨਾਲ ਉਹਨਾਂ ਦਾ ਕਿਸੇ ਕਿਸਾਨੀ ਨਾਲ ਸੰਬੰਧ ਨਹੀਂ, ਕਿਤੇ ਉਹ ਤਾਂ ਨਹੀਂ ਵੱਧ ਵਿੱਚ ਪਾ ਦਿੱਤੇ ਜਾਣਗੇ। 3 ਇੱਧਰੋਂ ਲੈ ਲਏ, 10 ਉਹਨਾਂ ਦੇ ਪਾ ਦੇਣ। ਸੋ ਕਿਹੜੇ ਕਿਹੜੇ ਮਾਹਰ ਹੋਣਗੇ? ਆਰਥਿਕ ਮਾਹਰ ਕੌਣ ਹੋਵੇਗਾ? ਕਿੰਨੇ ਮੈਂਬਰ ਹੋਣਗੇ? ਖੇਤੀ ਮਾਹਰ ਕਿੰਨੇ ਹੋਣਗੇ? ਇਹ ਸਾਰਾ ਕੁਝ ਉਹ ਪੁੱਛ ਰਹੇ ਨੇ। ਸੋ ਮੇਰੇ ਕਹਿਣ ਦਾ ਮਤਲਬ, ਕਿਰਪਾ ਕਰੋ ਕਿ ਜਿਹੜਾ ਵੀ ਕੁਝ ਕਰਨਾ ਹੈ ਉਹ ਸੋਚ ਸਮਝ ਕੇ ਕਰਿਓ। ਨਹੀਂ ਕਿਸਾਨ ਵੀਰੋ, ਤੁਹਾਨੂੰ ਚਾਰੇ ਪਾਸਿਓਂ ਇਹ ਜਿਹੜੀਆਂ ਜੋਕਾਂ ਨੇ ਉਹ ਚਿੰਬੜੀਆਂ ਹੋਈਆਂ ਨੇ ਔਰ ਤੁਹਾਨੂੰ ਕਿਸੇ ਨੇ ਰਾਹਤ ਨਹੀਂ ਦੇਣੀ। ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਤਾਲਮੇਲ ਹੀ ਨਹੀਂ। ਉਹ ਕਿਸੇ ਪਾਸੇ ਨੂੰ ਤੁਰਦੇ ਆ, ਉਹ ਕਿਸੇ ਪਾਸੇ ਨੂੰ ਤੁਰਦੇ ਆ। ਬਿਲਕੁਲ ਜੀ। ਸੋ ਹੁਣ ਦੁਬਾਰਾ ਖਰੀਦ ਸ਼ੁਰੂ ਹੋਈ ਹੈ। ਕੇਂਦਰ ਦੀ ਟੀਮ ਨੇ ਮੰਨ ਲਿਆ ਕਿ ਇੱਥੇ ਦਾਣਾ ਜਿਹੜਾ ਮਾਜੂ ਦਾਣਾ ਆਇਆ 6% ਨਹੀਂ, ਉਹਦੀ ਮਾਤਰਾ ਜ਼ਿਆਦਾ ਹੈ। ਉਹਨਾਂ ਦੇ ਨਮੂਨਿਆਂ ਦੇ ਵਿੱਚ ਇਹ ਗੱਲ ਆ ਚੁੱਕੀ ਹੈ, ਜਿਹਦੇ ਕਰਕੇ ਮੰਡੀਆਂ ਦੇ ਵਿੱਚ ਦੁਬਾਰਾ ਤੋਂ ਖਰੀਦ ਹੋ ਗਈ ਹੈ। ਜੀ ਢਿੱਲੋਂ ਜੀ, ਪੀਐਮ ਮੋਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਅਗਲੇ 10 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਡਾਕਟਰਾਂ ਦੀ ਕਮੀ ਨਹੀਂ ਹੋਏਗੀ। ਇਹ ਅੱਜ ਅਕਲਦਾੜ ਮੋਦੀ ਸਾਹਿਬ ਦੇ ਕਿਉਂ ਪੈਦਾ ਹੋਈ? 8 ਸਾਲ ਹੋ ਗਏ ਉਹਨਾਂ ਨੂੰ ਇਸ ਗੱਲ ਦੇ ਵਿੱਚ ਬੈਠਿਆਂ ਨੂੰ। ਜਦੋਂ ਯੂਕਰੇਨ ਦੇ ਵਿੱਚ ਸਾਡੇ ਭਾਰਤੀ ਬੱਚੇ
ਇੱਥੋਂ ਦੇ ਮੁਕਾਬਲੇ ਉੱਥੇ ਤੀਜੇ ਹਿੱਸੇ ਦੇ ਵਿੱਚ ਡਾਕਟਰੀ ਹੁੰਦੀ ਹੈ। ਉੱਥੇ ਸਾਡੇ ਨਾਲੋਂ ਘੱਟ ਪੈਸਿਆਂ 'ਚ ਆਪਣੀਆਂ ਜਾਨਾਂ ਵਾਰ ਕੇ ਵੀ ਬੱਚੇ ਉੱਥੇ ਜਾਂਦੇ ਆ। ਇਹ ਪਹਿਲਾਂ ਕਿਉਂ ਨਾ ਚੱਕਿਆ? ਇਹ ਸਿਹਤ ਮੰਤਰਾਲਾ ਤੁਹਾਡੇ ਕੋਲ ਗੱਲ ਸਹੀ ਦੱਸਦਾ ਹੀ ਨਹੀਂ ਸੀ। ਇਹ ਗੁਜਰਾਤ ਦੇ ਵਿੱਚ ਗਏ ਸੀ ਕਿਸੇ ਉਦਘਾਟਨ ਦੇ ਉੱਤੇ, ਜਿੱਥੇ ਗੱਲ ਕਹੀ ਗਈ ਹੈ। ਚੰਗੀ ਗੱਲ ਹੈ। ਉਹ ਕਹਿੰਦੇ 10 ਸਾਲਾਂ ਦੇ ਵਿੱਚ ਅਸੀਂ ਇੰਨੇ ਡਾਕਟਰ ਪੈਦਾ ਕਰ ਦਿਆਂਗੇ ਕਿ ਬਾਹਰ ਜਾ ਕੇ ਲੋੜ ਹੀ ਨਹੀਂ ਪੈਣੀ। ਮੋਦੀ ਸਾਹਿਬ ਜਿਹੜੇ ਇਹ ਪੈਸਿਆਂ ਦੇ ਆਧਾਰ ਤੇ ਡਾਕਟਰ ਬਣ ਰਹੇ ਨੇ, ਯੋਗਤਾ ਦੇ ਆਧਾਰ ਤੇ ਨਹੀਂ। 33% ਵਾਲੇ ਨੂੰ ਸੁਪਰ ਸਪੈਸ਼ਲਟੀ ਦੇ ਵਿੱਚ MD ਕਰਨ ਵਾਸਤੇ ਸੀਟ ਮਿਲ ਜਾਂਦੀ ਹੈ, ਤੇ ਜਿਹਦੇ 70% ਤੋਂ ਵੱਧ ਨੰਬਰ ਨੇ ਉਹਨੂੰ ਨਹੀਂ ਮਿਲਦੀ। 33% ਵੱਲ ਦਾ IQ ਕੀ ਹੋਵੇਗਾ? ਇਹਦੇ ਵਿੱਚ ਵੀ ਸੁਧਾਰ ਲਿਆਓ। ਕਿਤੇ ਇਹ ਨਾ ਹੋਵੇ ਤੁਸੀਂ ਡਾਕਟਰ ਤਾਂ ਬਹੁਤ ਭਰਤੀ ਕਰਦੇ ਹੋ ਤੇ ਬਣਾ ਦਿਓ, ਮੁੜ ਕੇ ਬੰਦੇ ਮਾਰਨ ਦਾ ਕੰਮ ਵੱਧ ਜਾਵੇ। ਅਸੀਂ ਸਮਝਦੇ ਹਾਂ ਕਿ ਕੁਆਂਟੀਟੀ ਦੀ ਥਾਂ ਤੇ ਕੁਆਲਿਟੀ। ਸਾਨੂੰ ਢੇਰ ਲਾਉਣ ਦੀ ਜ਼ਰੂਰਤ ਨਹੀਂ। ਜਿਵੇਂ ਕਿਸਾਨ ਆਲੂ ਪੈਦਾ ਕਰ ਦਿੰਦੇ ਆ, ਮੁੜ ਕੇ ਧਾਰਮਿਕ ਸਥਾਨ ਕਹਿ ਦਿੰਦੇ ਆ ਇੱਥੇ ਆਲੂ ਦਾਨ ਕਰਨੇ ਮਨਾ ਨੇ। ਸਾਨੂੰ ਕੁਆਂਟੀਟੀ ਚਾਹੀਦੀ ਹੈ, ਕੁਆਲਿਟੀ। ਇਹੋ ਜਿਹੀ ਕੁਆਲਿਟੀ ਪੈਦਾ ਕਰ ਦਿਓ ਕਿ ਲੋਕ ਬਾਹਰ ਵੀ ਮੰਗਣ। ਇਹ ਡਾਕਟਰਾਂ ਨੂੰ ਭਰਤੀ ਕਰਨ ਦੀ ਜਿਹੜੀ ਮਾਪਦੰਡ ਪ੍ਰਕਿਰਿਆ ਹੈ, ਉਹ ਵਧੀਆ ਤਰੀਕੇ ਨਾਲ ਲਿਆਓ। ਉਹਦੇ ਨਾਲ ਵਧੀਆ ਜੇ ਡਾਕਟਰ ਆਉਣਗੇ ਤਾਂ ਵਿਸ਼ਵ ਪੱਧਰ ਦੇ ਵਿੱਚ ਲੋਕ ਤੁਹਾਨੂੰ ਆਪਣੇ ਆਪ ਮੰਗਣਗੇ ਕਿ ਸਾਡੇ ਕੋਲੇ ਭੇਜੋ। ਜੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਸਿਰਫ ਸਰਕਾਰਾਂ ਦੀ ਮਾਰ ਹੀ ਨਹੀਂ ਝੱਲਣੀ ਪੈਂਦੀ, ਉਹਨਾਂ ਨੂੰ ਕਈ ਵਾਰ ਕੁਦਰਤੀ ਆਫਤਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ। ਕਿਉਂਕਿ ਹਾਲ ਹੀ ਦੇ ਵਿੱਚ ਗੱਲ ਕੀਤੀ ਜਾਵੇ, ਕਣਕ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਹੈ। ਮੰਡੀਆਂ ਦੇ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ, ਪਰ ਬੀਤੇ ਦਿਨੀ ਜੋ ਦੇਖਿਆ ਗਿਆ ਕਿ ਤੇਜ਼ ਹਨੇਰੀਆਂ ਚੱਲੀਆਂ, ਮੀਂਹ ਪਿਆ, ਉਸ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਰੁਕਾਵਟਾਂ ਵੀ ਆਈਆਂ ਨੇ। ਜੀ ਸਭ ਤੋਂ ਵੱਧ ਕੁਦਰਤ ਦੀ ਆਸ਼ੀਰਵਾਦ ਤੇ ਕੁਦਰਤ ਦੀ ਮਾਰ, ਇਹ ਚੀਜ਼ ਨੂੰ ਕਿਸਾਨ ਝੱਲਦਾ ਹੈ। ਵੱਡਾ ਕਿਸਾਨ ਤਾਂ ਝੱਲ ਜਾਂਦਾ ਹੈ, ਛੋਟੇ ਕਿਸਾਨ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਅਜੇ ਤੱਕ ਸਰਕਾਰਾਂ ਦੇ ਲਾਲੀਪਾਪ ਸਿਰਫ ਤੇ ਸਿਰਫ ਫੋਕੇ ਫੈਕਟਰ ਨੇ। ਜੇ ਪ੍ਰੈਕਟੀਕਲ ਦੇਖਿਆ ਜਾਵੇ ਕੁਝ ਨਹੀਂ। ਉਹਦਾ ਕਾਰਨ ਹੈ ਸਾਡੇ ਨੀਤੀ ਘਾੜੇ ਦਿੱਲੀ, ਬੰਬੇ, ਜੈਪੁਰ, ਸ਼ਿਮਲਾ, ਪਤਾ ਨਹੀਂ ਕਿੱਥੇ ਕਿੱਥੇ ਠੰਡੇ ਕਮਰਿਆਂ 'ਚ ਇਕੱਠੇ ਹੋ ਕੇ ਬਣਾਉਂਦੇ ਨੇ। ਤੇ ਜੇ ਪੁੱਛਿਆ ਜਾਵੇ ਵੀ ਜ਼ਮੀਨੀ ਹਕੀਕਤ ਹੈ ਤਾਂ ਨਾ ਵਿੱਚ ਜਵਾਬ ਆਉਂਦਾ ਹੈ ਵੀ ਨਹੀਂ। ਮੈਂ ਇਹ ਗੱਲ ਕਹਾਂ ਤੇ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਦੋਂ ਤੱਕ ਤੁਹਾਡੀਆਂ ਨੀਤੀਆਂ ਜ਼ਮੀਨੀ ਪੱਧਰ ਤੇ ਜਾ ਕੇ ਨਹੀਂ ਬਣਨਗੀਆਂ, ਉਦੋਂ ਤੱਕ ਇਹੀ ਕੁਝ ਹੋਣਾ ਹੈ। ਮੈਂ ਇਹ ਗੱਲ ਕਹਾਂ, 122 ਸਾਲ ਦਾ ਰਿਕਾਰਡ ਟੁੱਟ ਗਿਆ ਤਾਪਮਾਨ ਦਾ। ਮਾਰਚ ਦੇ ਵਿੱਚ ਤਾਪਮਾਨ ਵੱਧ ਗਿਆ ਤੇ ਕਣਕ ਦਾ ਭਾਰ ਵੀ ਘਟ ਗਿਆ। ਔਸਤਨ ਆਮ ਕਿਸਾਨ ਕਹਿ ਰਹੇ ਨੇ ਕਿ 3 ਤੋਂ 5 ਕੁਇੰਟਲ ਪ੍ਰਤੀ ਏਕੜ ਝਾੜ ਘਟਿਆ। ਇਹ ਕਹੀ ਜਾਂਦੇ ਨੇ ਅਸੀਂ ਰਿਕਾਰਡ ਖਰੀਦ ਕਰਤੀ ਪੰਜਾਬ ਵਾਲੇ, ਉਦੋਂ ਵੱਧ ਆ ਗਈ। ਅੱਜ ਤੱਕ ਇੱਕ ਵੀ ਇਹਨਾਂ ਨੇ ਕੇਸ ਫੜਿਆ ਕਿ ਬਾਹਰਲੇ ਰਾਜ ਚੋਂ ਆ ਕੇ ਪੰਜਾਬ 'ਚ ਕਿਸਾਨ ਕਣਕ ਵਿਕ ਰਹੀ ਹੈ? 1 ਮਹੀਨੇ ਦੇ ਵਿੱਚ ਇੱਕ ਵੀ। ਪਿਛਲੇ ਨੇ ਵੀ ਕਹਿਤਾ ਸੀ DCSSP ਜ਼ਿੰਮੇਵਾਰ ਨੇ, ਖਨਨ ਲਈ DCSSP ਜ਼ਿੰਮੇਵਾਰ ਨੇ। ਕਾਰਵਾਈ ਕਿੰਨਿਆਂ ਤੇ ਹੋਈ ਹੈ? ਹੁਣ ਵਾਲਿਆਂ ਨੇ ਵੀ ਕਹਿਤਾ DCSSP ਜ਼ਿੰਮੇਵਾਰ ਹੋਣਗੇ। ਕੋਈ ਕਾਰਵਾਈ ਹੋਈ ਹੈ? ਸੋ ਪੁਰਾਣੀ ਕਹਾਵਤ ਹੈ ਕਿ ਖੇਤੀ ਖਸਮਾ ਸੇਤੀ, ਭਾਵ ਖੇਤੀ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਦਾਰੋਮਦਾਰ ਹੈ, ਉਹ ਸਾਰਾ ਕੁਦਰਤ ਤੇ ਨਿਰਭਰ ਕਰਦਾ ਹੈ। ਉਸ ਕਿਸਾਨ ਨੂੰ ਕੁਦਰਤ ਦੀ ਮਾਰ ਵੀ ਪੈਂਦੀ ਹੈ। ਉਸ ਕਿਸਾਨ ਨੂੰ ਜੇ ਸਹੀ ਹੋ ਜਾਵੇ,
ਮੈਂ ਅਕਸਰ ਗੱਲ ਕਰਦਾ ਹੁੰਦਾ, ਇੱਕ ਜ਼ਿਮੀਂਦਾਰ ਦੇ 2 ਧੀਆਂ ਸੀ। ਉਹ ਪ੍ਰਜਾਪਤੀ ਦਾ ਕੰਮ ਕਰਦਾ ਸੀ ਤੇ ਘਰ ਵਾਲੀ ਨੇ ਕਿਹਾ ਕਿ ਪਤਾ ਹੀ ਕਰਿਆ ਜਾ ਕੇ। ਪਹਿਲੀ ਕੋਲ ਗਿਆ, ਧੀਏ ਕਿਵੇਂ ਹੈ? ਉਹ ਕਹਿੰਦੀ ਬਾਪੂ ਗੱਲ ਇਹ ਹੈ ਵੀ ਜੇ ਐਕਤੀ ਗਰਮੀ ਜੀ ਥੋੜ੍ਹੀ ਜਿਹੀ ਪੈ ਜਾਵੇ, ਖੁਸ਼ਕ ਜਿਹਾ ਮੌਸਮ ਰਹਿ ਜੇ, 4 ਘੜੇ ਵੱਧ ਵਿਕ ਜਾਣਗੇ, ਭਾਂਡੇ ਵਿਕ ਜਾਣਗੇ, ਗੁਜ਼ਾਰਾ ਹੋ ਜੂ। ਦੂਜੇ ਵਾਲੇ ਖੇਤੀ ਕਰਦੇ ਸੀ। ਉਹ ਕਹਿੰਦੀ ਵੀ ਜੇ ਕਿਵੇਂ ਹੈ ਤੁਹਾਡਾ? ਉਹ ਕਹਿੰਦੀ ਬਾਪੂ ਜੇ ਮਾੜਾ ਮੋਟਾ ਮੀਂਹ ਪੈ ਗਿਆ, 4 ਟਾਂਡੇ ਹੋ ਜਾਣਗੇ, ਘਰ ਦਾ ਗੁਜ਼ਾਰਾ ਚੱਲ ਜੂ। ਵਾਪਸ ਆਇਆ ਤੇ ਰਾਤ ਨੂੰ ਮੀਂਹ ਵਰਸ ਗਿਆ। ਘਰ ਵਾਲੀ ਪੁੱਛਦੀ ਹੈ ਵੀ ਕਿਵੇਂ ਆ, ਧੀਆਂ ਸੁਖੀ ਨੇ? ਕਹਿੰਦਾ ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਦੋਹਾਂ 'ਚ ਕਹੇ ਨਹੀਂ। ਸੋ ਇੱਥੇ ਵੀ ਸਥਿਤੀ ਇਹ ਹੈ, ਕਈ ਵਾਰ ਮੌਸਮ ਦਾ ਬਹੁਤ ਵੱਡਾ ਕਰੋਪ, ਕਈ ਵਾਰ ਹੜ੍ਹ, ਕਈ ਵਾਰ ਔੜ, ਇਹ ਸਾਰੀਆਂ ਕਿਸਾਨ ਝੱਲਦਾ ਹੈ। ਕਈ ਵਾਰ ਫਸਲਾਂ ਤੇ ਕੋਰਾ ਪੈ ਜਾਂਦਾ ਹੈ, ਕਿਸਾਨ ਉਹਨਾਂ ਨੂੰ ਝੱਲਦਾ ਹੈ। ਸੋ ਇਸ ਵੇਲੇ ਕਿਸਾਨਾਂ ਤੇ ਵੀ ਇਹ ਮਾਰ ਪਈ ਹੈ। ਉਮੀਦ ਰੱਖਣੀ ਚਾਹੀਦੀ ਹੈ ਕਿ ਇਹ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ, ਸਰਕਾਰ ਇਹਨਾਂ ਦੀ ਬਾਂਹ ਫੜੇ। ਢਿੱਲੋਂ ਜੀ, ਗੈਂਗਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਗੈਂਗਸਟਰਾਂ ਦਾ ਬੋਲਬਾਲਾ ਲਗਾਤਾਰ ਵੱਧਦਾ ਜਾ ਰਿਹਾ। ਆਏ ਦਿਨ ਦੇਖਿਆ ਜਾ ਰਿਹਾ ਵੱਡੀਆਂ ਵਾਰਦਾਤਾਂ ਵੀ ਹੋ ਰਹੀਆਂ ਨੇ। ਉਂਝ ਵੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮਾਹੌਲ ਦੀ, ਤਾਂ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਵੱਧਦਾ ਜਾ ਰਿਹਾ। ਉੱਥੇ ਹੀ ਗੈਂਗਸਟਰਾਂ ਦੇ ਖਾਤਮੇ ਦੇ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਸਰਗਰਮੀ ਉਹਨਾਂ ਦੇ ਵੱਲੋਂ ਫੜ ਲਈ ਗਈ ਹੈ। ਜਦੋਂ ਸਰਕਾਰ ਆਈ, ਇਹਨਾਂ ਨੇ ਕਿਹਾ ਕਿ ਗੈਂਗਸਟਰਾਂ ਨੂੰ ਫੜਨ ਵਾਸਤੇ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕਰਾਂਗੇ, ਜਿਹਦੀ ਅਗਵਾਈ ਪ੍ਰਮੋਦ ਬਾਨ ਸਾਹਿਬ ਕਰ ਰਹੇ ਨੇ। ਉਹਨਾਂ ਦੇ ਨਾਲ DIG ਗੁਰਪ੍ਰੀਤ ਸਿੰਘ ਭੁੱਲਰ ਤੇ AIG ਗੁਰਮੀਤ ਸਿੰਘ ਚੌਹਾਨ। ਮੈਨੂੰ ਇੱਕ ਸਮਝ ਨਹੀਂ ਆਈ, ਆਹ 2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਲਾਇਆ ਜਾਂਦਾ ਹੈਗਾ ਇਹਦੇ 'ਚ ਐਂਟੀ ਗੈਂਗਸਟਰ ਫੋਰਸ 'ਚ, ਟਾਸਕ ਫੋਰਸ 'ਚ, ਫਿਰ ਉਹਨਾਂ ਨੂੰ DIG ਰੋਪੜ ਰੇਂਜ। ਕੱਲ ਫੇਰ ਵਧਤਾ, ਉਹ ਕਹਿੰਦੇ ਰਹਿਣਗੇ ਉਹ STF ਦੇ ਇਹਦੇ 'ਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ, ਪਰ ਉਹ ਵਧੀਕ ਚਾਰਜ ਹੋਵੇਗਾ ਉਹਨਾਂ ਕੋਲੇ। ਇਹ ਸਰਕਾਰ ਕਰ ਕੀ ਰਹੀ ਹੈ? ਇਹ 3 ਬੰਦੇ ਬਣਾਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਕੁਝ ਦਿਨ ਪਹਿਲਾਂ ਰਾਤ ਨੂੰ ਗੋਲੀਆਂ ਚੱਲੀਆਂ, ਦੌਣ ਕਲਾਂ ਦਾ ਇੱਕ ਮੁੰਡਾ ਉਹਦੇ 'ਚ ਮਾਰਿਆ ਗਿਆ। ਹੁਣ ਇੱਕ ਵਿਅਕਤੀ ਪਟਿਆਲਾ ਇਸ ਜਿਹੜੀ ਫੋਰਸ ਬਣੀ ਹੈ ਤੇ ਦੂਜਾ ਦੇਹਰਾਦੂਨ ਤੋਂ ਫੜ ਕੇ ਲਿਆਂਦਾ। ਇਹਨਾਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਨੇ ਤੇ ਪੁਲਿਸ ਨੇ ਖੁਲਾਸਾ ਕੀਤਾ, ਪ੍ਰਮੋਦ ਬਾਨ ਜੀ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਆ ਕੇ, ਕਿ ਉੱਥੇ ਇਹਨਾਂ ਦਾ ਕਿਸੇ ਵਿਸ਼ੇਸ਼ ਗੈਂਗ ਗਰੁੱਪ ਦੇ ਨਾਲ ਨਾਤਾ ਜੁੜਦਾ ਹੈ। ਜੀ ਢਿੱਲੋਂ ਜੀ, ਪਿਛਲੇ ਹਫ਼ਤੇ ਦੇ ਵਿੱਚ ਸਕੂਲਾਂ ਨੂੰ ਲੈ ਕੇ ਵੀ ਕਾਫੀ ਇਹ ਮਾਮਲਾ ਗਰਮਾਇਆ, ਜਦੋਂ ਕਿ ਸੈਸ਼ਨ ਤਾਂ ਸ਼ੁਰੂ ਹੋ ਚੁੱਕੇ ਨੇ ਪਰ ਸਕੂਲਾਂ ਦੇ ਵਿੱਚ ਹਲੇ ਤੱਕ ਕਿਤਾਬਾਂ ਨਹੀਂ ਪਹੁੰਚੀਆਂ। ਇਹ ਬਹੁਤ ਗੰਭੀਰਤਾ ਵਾਲਾ ਮਾਮਲਾ ਹੈ। ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਡਾਕਟਰ ਜੋਗਰਾਜ ਸਿੰਘ, ਉਹਨਾਂ ਨੇ ਪਿਛਲੇ ਦਿਨ ਬਿਆਨ ਦਿੱਤਾ ਸੀ ਕਿ 20 ਅਪ੍ਰੈਲ ਤੱਕ ਸਾਰੇ ਸਕੂਲਾਂ ਦੇ ਵਿੱਚ ਕਿਤਾਬਾਂ ਪਹੁੰਚ ਜਾਣਗੀਆਂ। ਪਤਾ ਸੀ ਕਿ ਇੰਨੀ ਮੰਗ ਹੈ, ਸਪਲਾਈ ਇਸ ਹਿਸਾਬ ਨਾਲ ਚੱਲ ਰਹੀ ਹੈ, ਤਾਂ ਇਹਨਾਂ ਦੇ ਟੈਂਡਰ ਵੱਧ ਪਬਲਿਸ਼ਰਾਂ ਨੂੰ ਦੇ ਦਿੱਤੇ ਜਾਂਦੇ, ਪਰ ਨਹੀਂ ਦਿੱਤੇ ਗਏ। ਸੈਸ਼ਨ ਕਿੰਨੇ ਦਿਨ ਲੰਘ ਗਿਆ, ਉਹ ਬੱਚੇ ਨਾਲ ਕਿਵੇਂ ਰਲਣਗੇ? ਸਿੱਖਿਆ ਮੰਤਰੀ ਗੁਰਮੀਤ ਸਿੰਘ ਬੇਤਿਹਰ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਇਹ ਸੁਸਤ ਰਫਤਾਰ ਕਿਉਂ ਹੀ ਇਨ ਫਿਊਚਰ ਇਹਦੇ ਤੇ ਪੂਰੀ ਜਕੜ ਰੱਖੀ ਜਾਵੇ ਕਿ ਬੱਚਿਆਂ ਨਾਲ ਖਿਲਵਾੜ ਨਾ ਹੋਵੇ, ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਮਿਲਣ ਤੇ ਬੱਚੇ ਜਾਂ ਗਾਹਾਂ ਗਰਮੀ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ, ਕੋਈ ਸਪੈਸ਼ਲ ਸਿਸਟਮ ਅਪਣਾਇਆ ਜਾਵੇ, ਭਾਵੇਂ 1 ਘੰਟੇ ਵਾਸਤੇ ਆਨਲਾਈਨ ਪੜ੍ਹਾਈ ਕਰਾ ਦਿੱਤੀ ਜਾਵੇ, ਬੱਚੇ ਘਰਾਂ ਦੇ ਵਿੱਚ ਪੜ੍ਹ ਸਕਣ, ਉਹਨਾਂ ਦਾ ਕੋਈ ਬਦਲਾਵਾਂ ਪ੍ਰਬੰਧ ਕਰ ਦਿੱਤਾ ਜਾਵੇ, ਕਿਉਂਕਿ ਗਰੀਬ ਦਾ ਬੱਚਾ ਇਹ ਸਮਾਰਟਫੋਨ ਨਹੀਂ ਖਰੀਦ ਸਕੇਗਾ। ਸੋ ਮੇਰੀ ਬੇਨਤੀ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹਦਾ ਹੱਲ ਕੀਤਾ ਜਾਵੇ। ਜੀ ਜੀ, ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਧਿਕਾਰੀ ਨੂੰ ਦਿੱਲੀ ਤਲਬ ਕਰਨ ਦੀ ਚਾਰੇ ਪਾਸਿਓਂ ਨਿੰਦਿਆ ਕੀਤੀ ਜਾ ਰਹੀ ਹੈ।
ਸੰਵਿਧਾਨ ਮੁਤਾਬਕ ਉਹ ਨਹੀਂ ਜਾ ਸਕਦੇ। ਜੀ ਹੁਣ ਇੱਕ ਨਵਾਂ ਢੰਗ ਕੱਢ ਲਿਆ, ਕਿਉਂਕਿ ਉੱਥੇ ਨਾ ਪੰਜਾਬ ਦਾ ਮੁੱਖ ਮੰਤਰੀ ਸੀ, ਨਾ ਪੰਜਾਬ ਦਾ ਬਿਜਲੀ ਮੰਤਰੀ ਸੀ। ਜਿਹੜੀ ਗੱਲ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਆ ਹੋ ਗਈ ਸੱਚ ਨਾ, ਆ ਰਿਮੋਟ ਕੰਟਰੋਲ ਰਾਹੀਂ ਇਹਨਾਂ ਨੂੰ ਚਲਾਇਆ ਜਾ ਰਿਹਾ ਹੈ। ਕੋਈ ਵੀ ਮੁੱਖ ਸਕੱਤਰ 30 ਸਾਲ ਦੇ ਤਜਰਬੇ ਤੋਂ ਬਾਅਦ ਉਹਨੂੰ ਬਣਾਇਆ ਜਾਂਦਾ ਹੈ। ਕਹਿੰਦੇ ਜੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ। ਇਹ 30 ਬੰਦਿਆਂ ਨੂੰ ਟ੍ਰੇਨਿੰਗ ਦੇਣੀ ਹੈ। ਜੇ ਟ੍ਰੇਨਿੰਗ ਦੇਣ ਵਾਲਾ ਇੱਕ ਬੰਦਾ ਸੀ, ਉਹ ਇੱਥੇ ਆ ਕੇ ਦੇ ਦਿੰਦਾ। ਇਹ ਵਿਰੋਧੀ ਧਿਰ ਦੇ ਆਗੂ ਕਹਿੰਦੇ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਜਿਹੜੇ ਸੰਵਿਧਾਨ ਦੀ ਉਹਨਾਂ ਨੇ ਸਹੁੰ ਚੱਕੀ ਹੈ, ਉਸੇ ਦੀ ਹੀ ਉਲੰਘਣਾ ਕੀਤੀ ਗਈ ਹੈ। ਇਹ ਨਹੀਂ ਹੋਣੀ ਚਾਹੀਦੀ ਸੀ। ਹੁਣ ਕਹਿੰਦੇ ਮੈਂ ਤਾਂ ਡੈਨਮਾਰਕ ਵੀ ਭੇਜਾਂਗਾ, ਮੈਂ ਤਾਂ ਬੰਬਈ ਵੀ ਭੇਜਾਂਗਾ, ਮੈਂ ਤਾਂ ਫਲਾਣੇ ਥਾਂ ਵੀ ਭੇਜਾਂਗਾ। ਉਹਨਾਂ ਦੇ ਵਿੱਚ ਕਿਹੜੀ ਚੀਜ਼ ਸਾਡੇ ਤੋਂ ਵੱਖਰੀ ਆ ਗਈ ਹੈ ਜਿਹੜੀ ਸਾਡੇ ਵਿੱਚ ਇੱਥੇ ਨਹੀਂ ਆਉਂਦੀ? ਪੰਜਾਬ ਦੇ ਬਹੁਤ ਸਾਰੇ ਆਰਥਿਕ ਮਾਹਰ ਜਿਨ੍ਹਾਂ ਨੂੰ ਵਿਸ਼ਵ ਪੱਧਰ ਤੇ ਜਾਣਿਆ ਜਾਂਦਾ ਹੈ, ਕਹਿੰਦੇ ਇੱਕ ਝੂਠ ਬੋਲਿਆ ਜਾਵੇ ਨਾ, ਉਹਨੂੰ ਬਦਲਣ ਲਈ 100 ਝੂਠ ਹੋਰ ਬੋਲਣੇ ਪੈਂਦੇ ਨੇ। ਜੀ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਨਾ ਕਰੋ। ਇੱਥੇ ਟੈਲੈਂਟ ਦੀ ਘਾਟ ਹੈ। ਸਾਡੇ ਡਾਕਟਰ ਅਮਰੀਕਾ, ਕੈਨੇਡਾ, ਹੋਰਨਾਂ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਧਾਕ ਜਮਾਈ ਬੈਠੇ ਨੇ, ਤੇ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਟ੍ਰੇਨਿੰਗ ਦਿਵਾਉਣੀ ਹੈ। ਪਛਾਣੋ, ਆਰਥਿਕ ਮਾਹਰ ਇੱਥੇ ਬਹੁਤ ਬੈਠੇ ਨੇ। ਉਹਨਾਂ ਆਰਥਿਕ ਮਾਹਰਾਂ ਤੋਂ ਤਕਨੀਕੀ ਮਾਹਰਾਂ ਨੂੰ ਬੋਲੋ ਤੁਹਾਨੂੰ ਕਿੰਨੇ ਚਾਹੀਦੇ ਨੇ। ਤੁਸੀਂ ਬਿਜਲੀ ਵਾਸਤੇ ਲੈ ਕੇ ਗਏ ਹੋ। ਇੱਥੇ ਇੰਜੀਨੀਅਰ ਪਦਮਜੀਤ ਸਿੰਘ ਵਰਗੇ ਬਹੁਤ ਵੱਡੇ ਬੰਦੇ ਬੈਠੇ ਨੇ, ਇੰਜੀਨੀਅਰ ਵਰਿੰਦਰ ਸਿੰਘ ਬੈਠੇ ਨੇ, ਇੰਜੀਨੀਅਰ HS ਸਹਾਏ ਬੈਠੇ ਨੇ, ਹੋਰ ਬਹੁਤ ਸਾਰੇ ਬਿਜਲੀ ਨਾਲ ਸੰਬੰਧਿਤ ਇੰਜੀਨੀਅਰ ਬੈਠੇ ਨੇ ਜਿਨ੍ਹਾਂ ਦਾ ਬਹੁਤ ਲੰਬਾ ਚੌੜਾ ਤਜਰਬਾ ਹੈ। ਤੁਸੀਂ ਆਪਣੀ ਦਾੜੀ ਦੂਜਿਆਂ ਹੱਥ ਨਾ ਫੜਾਓ। ਇਹ ਚੀਜ਼ ਬਹੁਤਾ ਲੰਬਾ ਸਮਾਂ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਕੱਲ ਤੁਸੀਂ ਐਲਾਨ ਕੀਤਾ, ਉਹਦੇ ਅੱਜ ਹੀ ਅਖਬਾਰਾਂ ਦੇ ਵਿੱਚ ਪੌੜਾ ਪੈ ਗਿਆ ਕਿ ਜਨਰਲ ਵਰਗ ਹੈ, ਉਹਨੂੰ 300 ਯੂਨਿਟ 600 ਤੋਂ ਬਾਅਦ ਸਾਰਾ ਭਰਨਾ ਪਵੇਗਾ। ਜੇ ਬਿੱਲ ਉਹਦਾ 615 ਆ ਗਿਆ, ਤੇ ਦੂਜਿਆਂ ਨੂੰ ਜਿਹੜੀ ਗੱਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਸੀ 3 ਰੁਪਏ ਯੂਨਿਟ ਸਾਰਿਆਂ ਦੀ ਮਾਫ, ਇਹਨੂੰ ਆਰਥਿਕਤਾ ਨਾਲ ਜੋੜੋ। ਇਹਨੂੰ ਆਰਥਿਕਤਾ ਨਾਲ ਜੋੜੋਗੇ, ਉਹਦੇ ਵਿੱਚ ਜ਼ਿਮੀਂਦਾਰ ਵੀ ਆ ਜਾਣਗੇ, ਉਹਦੇ ਵਿੱਚ ਮਹਾਜਨ ਵੀ ਆ ਜਾਣਗੇ, ਉਹਦੇ ਵਿੱਚ ਜਨਰਲ ਵਰਗ ਵੀ ਆ ਜਾਏਗਾ। ਜੇ ਤੁਸੀਂ ਇਹ ਨਾ ਕਰੋਗੇ, ਫਿਰ ਲੋਕਾਂ ਨੇ ਇਹ ਚੀਜ਼ ਤੁਹਾਡੀ ਪਸੰਦ ਨਹੀਂ ਕਰਨੀ। ਜੀ ਢਿੱਲੋਂ ਜੀ, MSP ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਇਹ ਮਾਮਲਾ ਦੇਖਿਆ ਜਾ ਰਿਹਾ, ਗਰਮਾਉਂਦਾ ਜਾ ਰਿਹਾ, ਪਰ ਹਾਲੇ ਤੱਕ ਇਸ ਮਾਮਲੇ ਦਾ ਹੱਲ ਕੋਈ ਨਹੀਂ ਹੋਇਆ। ਤਾਂ MSP ਨੂੰ ਲੈ ਕੇ ਕੇਂਦਰ ਤੇ ਕਿਸਾਨ ਆਮੋ ਸਾਹਮਣੇ ਨੇ। ਬਿਲਕੁਲ ਆਮੋ ਸਾਹਮਣੇ ਨੇ। ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ, ਉਹ ਕਹਿੰਦੇ ਮੈਂਬਰ ਦਿਓ, ਕਿਸਾਨ ਕਹਿੰਦੇ ਜਿਹੜੀ ਚਿੱਠੀ ਅਸੀਂ ਲਿਖੀ ਹੈ ਤੁਸੀਂ ਉਹਦਾ ਜਵਾਬ ਦਿਓ। ਜੀ ਇਹ ਅਜੇ ਰੇੜਕਾ ਜਿਉਂਦੀ ਤਿਉਂ ਹੈ। ਇਸੇ ਕਰਕੇ ਰਕੇਸ਼ ਟਕੈਤ ਨੇ ਕਹਿ ਦਿੱਤਾ ਹੈ ਕਿ ਕਿਸਾਨ ਵੀਰੋ ਦੁਬਾਰਾ ਦਿੱਲੀ ਦੇ ਬਾਰਡਰਾਂ ਤੇ ਆਉਣ ਲਈ ਤਿਆਰ ਹੋ ਜਾਓ। ਟਕੈਤ ਸਾਹਿਬ ਦੁਬਾਰਾ ਬੁਲਾ ਲਓ, ਪਰ ਜਿਹੜਾ ਅੱਧਾ ਅਧੂਰਾ ਫੈਸਲਾ ਕਰਕੇ ਤੁਸੀਂ ਵਾਪਸ ਪਰਤੇ, ਕਿਤੇ ਅਜਿਹਾ ਨਾ ਹੋ ਜਾਵੇ। ਛੋਟੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਪਹਿਲੀ ਵਾਰ ਸਾਰਾ ਪਿੰਡ ਆ ਗਿਆ, ਦੂਜੀ ਵਾਰ ਅੱਧੇ ਆਏ, ਤੀਜੀ ਵਾਰ ਹੋਰ ਘੱਟ ਆਏ, ਚੌਥੀ ਵਾਰ ਸੱਚੀ ਮੁੱਚੀ ਸ਼ੇਰ ਆ ਗਿਆ ਤੇ ਕੋਈ ਪਿੰਡ ਵਾਲਾ ਗਿਆ ਨਹੀਂ। ਉਹ ਸੰਬੰਧਿਤ ਗੱਪੀ ਬੰਦੇ ਦਾ ਨੁਕਸਾਨ ਕਰ ਗਿਆ। ਸੋ ਤੁਸੀਂ ਆਪਣੇ ਆਪ ਨੂੰ ਕਲੀਅਰ ਕਰੋ। ਜਦੋਂ ਮੰਜ਼ਿਲ ਤੁਹਾਡੀ ਇੱਕ ਹੈ, ਫਿਰ 3500 ਕਿਸਾਨ ਜਥੇਬੰਦੀਆਂ ਕਿਉਂ ਬਣਾਈਆਂ ਨੇ? ਇੱਕੋ ਜਥੇਬੰਦੀ ਬਣਾ ਲਓ, ਸਾਰੀਆਂ ਜਥੇਬੰਦੀਆਂ ਚੋਂ ਇੱਕ ਇੱਕ ਦੋ ਨੁਮਾਇੰਦੇ ਲੈ ਲਓ। ਲੋਕਾਂ ਦੇ ਵਿੱਚ ਥੋੜੀ ਚਰਚਾ ਹੋਵੇਗੀ ਤੇ ਲੋਕ ਇਸ ਗੱਲ ਨੂੰ ਮੰਨਣਗੇ ਵੀ। ਜੀ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਹਫਤੇ ਫਿਰ ਲੈ ਕੇ ਹਾਜ਼ਰ ਹੋਵਾਂਗੇ ਹਫਤੇ ਭਰ ਦੀਆਂ ਵੱਡੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਦੀ ਖਾਸ ਪੇਸ਼ਕਸ਼। ਡਰਾਈਵਰ ਭਰਾਵਾਂ ਨਾਲ ਖਾਸ ਗੱਲਬਾਤ। ਟਰੱਕ ਡਰਾਈਵਰਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਉਂ ਜੀ ਰਹੇ ਨੇ ਤਰਾਸਦੀ ਭਰੀ ਜ਼ਿੰਦਗੀ, ਕਿਵੇਂ ਕਰਦੇ ਨੇ ਪਰਿਵਾਰਾਂ ਦਾ ਗੁਜ਼ਾਰਾ, ਕਿਹੜੇ ਵਿਭਾਗ ਕਰਦੇ ਨੇ ਡਰਾਈਵਰ ਭਰਾਵਾਂ ਨੂੰ ਤੰਗ, ਪੰਜਾਬੀ ਗੀਤਾਂ ਦੇ ਰਾਜੇ ਟਰੱਕ ਡਰਾਈਵਰਾਂ ਦੀ ਕੀ ਹੈ ਜ਼ਿੰਦਗੀ। 17 ਅਪ੍ਰੈਲ ਨੂੰ ਦੇਖਣਾ ਨਾ ਭੁੱਲਣਾ ਸਾਡੀਆਂ ਖਾਸ ਰਿਪੋਰਟਾਂ। ਵੱਖੋ-ਵੱਖ ਸ਼ਹਿਰਾਂ ਤੋਂ ਪੱਤਰਕਾਰਾਂ ਨੇ ਲਿਆ ਜਾਇਜ਼ਾ। ਤੁਸੀਂ ਵੀ ਸਾਡੇ ਲਾਈਵ ਪ੍ਰੋਗਰਾਮਾਂ ਦੇ ਵਿੱਚ ਫੋਨ ਜ਼ਰੀਏ ਕਰ ਸਕਦੇ ਹੋ ਸ਼ਿਰਕਤ। ਸਵੇਰੇ 8:30 ਵਜੇ ਪ੍ਰੋਗਰਾਮ ਖਬਰਾਂ ਦਾ ਸਿਰਾ, ਸਵੇਰੇ 10 ਵਜੇ ਪ੍ਰੋਗਰਾਮ ਲੋਕ ਮੰਚ, ਦੁਪਹਿਰ 2 ਵਜੇ ਪੋਲੀਟੀਕਲ ਬੈਟਲ। ਇਸ ਤੋਂ ਇਲਾਵਾ YouTube ਤੇ ਅਤੇ Facebook ਤੇ ਕਮੈਂਟ ਕਰਕੇ ਵੀ ਆਪਣਾ ਸੰਦੇਸ਼ ਸਾਂਝਾ ਕਰਿਓ। ਸੋ ਦੇਖਣਾ ਨਾ ਭੁੱਲਿਓ D5 ਚੈਨਲ ਪੰਜਾਬੀ ਦੀਆਂ ਖਾਸ ਰਿਪੋਰਟਾਂ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ